ਸਤਿ ਸ੍ਰੀ ਅਕਾਲ ਦੋਸਤੋ। ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਹੋਲੀ ਹੋਈ, ਹੋਲਾ ਹੋਇਆ। ਹੋਲੇ ਤੋਂ ਬਾਅਦ ਸਿਆਸਤ ਤੇਜ਼ ਹੋਈ। ਅੱਜ ਹੋਲਾ ਸੀ, ਬੜਾ ਪਵਿੱਤਰ ਦਿਹਾੜਾ ਖਾਲਸਾ ਪੰਥ ਲਈ। ਅਨੰਦਪੁਰ ਸਾਹਿਬ ਵਿੱਚ ਹੋਲਾ ਮੁਹੱਲਾ ਬਹੁਤ ਪਿਆਰ ਨਾਲ, ਬੜੇ ਜਜ਼ਬੇ ਨਾਲ ਮਨਾਇਆ ਗਿਆ। ਅਤੇ ਜਦੋਂ ਨਿਹੰਗ ਸਿੰਘ ਮੁਹੱਲਾ ਨਿਕਾਲ ਰਹੇ ਸਨ, ਅਨੰਦਪੁਰ ਸਾਹਿਬ ਦੀ ਗਲੀਆਂ ਵਿੱਚੋਂ ਨਿਕਲ ਕੇ ਉਹ ਨਦੀ ਵਿੱਚ ਜਾ ਕੇ ਆਪਣੇ ਕਰਤੱਵ ਦਿਖਾ ਰਹੇ ਸਨ, ਅਤੇ ਉਸ ਵੇਲੇ ਭਾਰਤੀ ਸਿਆਸਤ ਵਿੱਚ ਬਹੁਤ ਅਹਿਮ ਫੈਸਲੇ ਹੋ ਰਹੇ ਸਨ। ਪਹਿਲਾ ਫੈਸਲਾ ਅੱਜ ਜੋ ਹੋਇਆ, ਜਿਸ ਦੀ ਕਾਫੀ ਦਿਨਾਂ ਤੋਂ ਜਿਸ ਬਾਰੇ ਚਰਚਾ ਹੋ ਰਹੀ ਸੀ, ਉਹ ਸੀ ਕਿ ਕੀ ਅਕਾਲੀ ਦਲ ਅਤੇ BJP ਮੁੜ ਇਕੱਠੇ ਹੋ ਕੇ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਕਿ 1 ਜੂਨ ਨੂੰ ਹੋਣੀਆਂ ਨੇ, ਇਕੱਠੇ ਲੜਨਗੇ ਕਿ ਨਹੀਂ। ਚਲੋ, ਉਹਦਾ ਫੈਸਲਾ ਸੁਣਾਇਆ ਪੰਜਾਬ ਦੇ BJP ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿ ਜੀ ਨਹੀਂ, ਅਸੀਂ ਅਲੱਗ-ਅਲੱਗ ਹੀ ਚੋਣਾਂ ਲੜਾਂਗੇ, ਸਾਡਾ ਸਮਝੌਤਾ ਨਹੀਂ ਹੋਇਆ। ਚਲੋ, ਇਹ ਸਾਰੀਆਂ ਕਿਆਸਰਾਈਆਂ ਖਤਮ ਹੋ ਗਈਆਂ ਕਿ ਇਸ ਵਾਰ ਬੜੇ ਲੰਬੇ ਅਰਸੇ ਬਾਅਦ ਪੰਜਾਬ ਵਿੱਚ ਜਦੋਂ ਚੋਣਾਂ ਹੋਣਗੀਆਂ ਤਾਂ ਸਾਰੀਆਂ ਹੀ ਪਾਰਟੀਆਂ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ BJP ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਬਹੁਜਨ ਸਮਾਜ ਪਾਰਟੀ ਹੈ, ਅਤੇ ਜਾਂ ਫਿਰ ਇਸ ਵੇਲੇ ਦੀ ਜਿਹੜੀ ਰੂਲਿੰਗ ਪਾਰਟੀ ਹੈ ਆਮ ਆਦਮੀ ਪਾਰਟੀ, ਸਾਰੇ ਹੀ ਇੰਡੀਪੈਂਡੈਂਟ ਆਫ ਈਚ ਅਦਰ, ਯਾਨੀ ਸਾਰੇ ਹੀ ਆਪਣੀ ਆਪਣੀ ਲੜਾਈ ਲੜਨਗੇ। ਕੋਈ ਕਿਸੇ ਨਾਲ ਪੋਲੀਟੀਕਲ ਅਲਾਇੰਸ ਨਹੀਂ ਕਰੇਗਾ। ਸੋ ਇਹਦਾ ਮਤਲਬ ਇਹ ਹੈ ਕਿ ਸਾਰੀਆਂ ਪਾਰਟੀਆਂ 13 ਦੀਆਂ 13 ਸੀਟਾਂ ਆਪਣੇ ਆਪ ਅਤੇ ਆਪਣੀ ਤਾਕਤ, ਆਪਣੇ ਹਿੱਕ ਦੀ ਤਾਕਤ ਨਾਲ ਚੋਣਾਂ ਲੜਨਗੀਆਂ। ਹਾਲੇ ਇਹ ਗੱਲ ਦਾ ਫੈਸਲਾ ਹੋਇਆ ਹੀ ਸੀ, ਲੋਕਾਂ ਵਿੱਚ ਫੈਸਲਾ ਪਹੁੰਚਿਆ ਹੀ ਹੋਣਾ ਹੈ ਕਿ ਇੱਕ ਹੋਰ ਵੱਡਾ ਫੈਸਲਾ ਸੁਣਨ ਨੂੰ ਮਿਲਿਆ। ਇਹ ਫੈਸਲਾ ਵਾਕਈ ਧਮਾਕਾ ਕਰਨ ਵਾਲਾ ਸੀ। ਪੁਰਾਣੇ ਪੰਜਾਬ ਦੇ ਮੁੱਖ ਮੰਤਰੀ, ਜਿਨ੍ਹਾਂ ਦਾ ਉਹਨਾਂ ਦੇ ਦਫ਼ਤਰ ਵਿੱਚ ਹੀ, ਉਹਨਾਂ ਦੀ ਟਰਮ ਦੇ ਦੌਰਾਨ ਹੀ ਉਹਨਾਂ ਦਾ ਅਸੈਸੀਨੇਸ਼ਨ ਹੋਈ ਸੀ, ਸਰਦਾਰ ਬੇਅੰਤ ਸਿੰਘ, ਉਹਨਾਂ ਦੇ ਪੋਤੇ ਰਵਨੀਤ ਸਿੰਘ ਬਿੱਟੂ, ਜੋ ਕਿ ਪਿਛਲੇ 2 ਟਰਮਾਂ ਤੋਂ 2014 ਅਤੇ 2019 ਦੀਆਂ ਚੋਣਾਂ ਵਿੱਚ ਲੁਧਿਆਣੇ ਤੋਂ ਕਾਂਗਰਸ ਜੇਤੂ ਉਮੀਦਵਾਰ ਰਹੇ। ਅੱਜ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਰਾਣੀ ਪਰਨੀਤ ਤੋਂ ਬਾਅਦ ਦੂਜੇ ਕਾਂਗਰਸ MP ਹਨ ਜੋ BJP ਵਿੱਚ ਸ਼ਾਮਲ ਹੋ ਜਾਣਗੇ। ਉਹਨਾਂ ਨੇ ਸ਼ਾਮਲ ਹੋਣ ਤੋਂ ਬਾਅਦ ਐਲਾਨ ਕੀਤਾ ਕਿ ਉਹ ਲੁਧਿਆਣਾ ਤੋਂ ਹੀ ਆਪਣੀ ਆਉਂਦੀਆਂ ਲੋਕ ਸਭਾ ਚੋਣਾਂ ਲੜਨਗੇ। ਇਹ ਉਹਨਾਂ ਦੀ, ਕਿਉਂਕਿ ਉਹ 3 ਵਾਰੀ ਪਹਿਲਾਂ ਹੀ MP ਰਹਿ ਚੁੱਕੇ ਨੇ। ਪਹਿਲੀ ਟਰਮ ਉਹਨਾਂ ਦੀ ਸ੍ਰੀ ਅਨੰਦਪੁਰ ਸਾਹਿਬ ਤੋਂ ਸੀ, ਉਸ ਤੋਂ ਬਾਅਦ ਫਿਰ ਉਹਨਾਂ ਨੇ ਅਗਲੀਆਂ 2 ਟਰਮਾਂ 2014 2019 ਲੁਧਿਆਣੇ ਤੋਂ ਚੋਣ ਜਿੱਤੀ ਸੀ। ਅਤੇ ਉਹਨਾਂ ਦਾ ਕਹਿਣਾ ਬੜਾ ਸਪਸ਼ਟ ਸੀ ਕਿ ਜੇ ਲੋਕਾਂ ਦੇ ਕੰਮ ਕਰਾਉਣੇ ਨੇ ਤਾਂ ਆਪੋਜੀਸ਼ਨ 'ਚ ਬੈਠ ਕੇ ਕੰਮ ਨਹੀਂ ਹੁੰਦੇ। ਸੋ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਵਿਚਾਰ ਹੈ ਕਿ ਆਉਂਦੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਪਾਰਟੀ ਹੀ ਚੋਣਾਂ ਜਿੱਤੇਗੀ, ਅਤੇ ਇਸ ਕਰਕੇ ਹੀ ਉਹਨਾਂ ਨੇ ਫੈਸਲਾ ਕੀਤਾ BJP ਨੂੰ ਜੁਆਇਨ ਕਰਨ ਦਾ, ਕਿਉਂਕਿ ਉਹਨਾਂ ਦੇ ਸੰਬੰਧ BJP ਦੇ ਲੀਡਰਾਂ ਨਾਲ ਪਿਛਲੇ 10 ਸਾਲਾਂ ਤੋਂ ਕਾਫੀ ਸੁਖਾਵੇਂ ਅਤੇ ਮਿਲਣਸਾਰ ਰਹੇ ਨੇ। ਤੁਹਾਨੂੰ ਯਾਦ ਹੋਏਗਾ ਕਿ ਕੁਝ ਦਿਨ ਪਹਿਲਾਂ ਹੀ ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਨੇ ਵੀ, ਕਿਉਂਕਿ ਉਹਨਾਂ 'ਤੇ ਤਾਂ ਕਾਂਗਰਸ ਡਿਸਪਲਿਨਰੀ ਕਮੇਟੀ ਦਾ ਐਕਸ਼ਨ ਹੋ ਰਿਹਾ ਸੀ, ਕਿਉਂਕਿ ਉਹਨਾਂ ਦੇ ਪਤੀ ਦੇਵ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਕਹਿ ਕੇ BJP ਸ਼ਾਮਲ ਹੋ ਚੁੱਕੇ ਹਨ, ਅਤੇ ਉਹਨਾਂ ਦੀ ਕਾਂਗਰਸ ਵਿੱਚ ਜਿਹੜੀ ਕੰਟੀਨਿਊਏਸ਼ਨ ਸੀ ਉਹ 'ਤੇ ਕਿੰਤੂ ਪ੍ਰੰਤੂ ਹੋ ਰਹੇ ਸਨ, ਅਤੇ ਉਹਨਾਂ ਨੂੰ ਇੱਕ ਚਾਰਜਸ਼ੀਟ ਇਸ਼ੂ ਕੀਤੀ ਗਈ ਸੀ, ਸ਼ੋਅ ਕਾਜ਼ ਨੋਟਿਸ ਇਸ਼ੂ ਕੀਤਾ ਗਿਆ ਸੀ, ਜਿਨ੍ਹਾਂ ਦਾ ਉਹਨਾਂ ਨੇ ਜਵਾਬ ਦਿੱਤਾ ਸੀ। ਲੇਕਿਨ ਉਹਨਾਂ ਨੇ ਇਸ ਤੋਂ ਪਹਿਲਾਂ ਕਿ ਕਾਂਗਰਸ ਪਾਰਟੀ ਆਪਣਾ ਕੋਈ ਫੈਸਲਾ ਸੁਣਾਉਂਦੀ, ਉਹਨਾਂ ਨੇ BJP ਜੁਆਇਨ ਕਰ ਲਈ ਅਤੇ ਉਮੀਦ ਜ਼ਾਹਿਰ ਕੀਤੀ ਕਿ BJP ਉਹਨਾਂ ਨੂੰ ਪਟਿਆਲਾ ਤੋਂ ਕੈਂਡੀਡੇਟ ਅਨਾਊਂਸ ਕਰੇਗੀ। ਅਤੇ ਇਹ ਤਾਂ ਰਵਨੀਤ ਬਿੱਟੂ ਲੁਧਿਆਣਾ ਤੋਂ ਹੋ ਜਾਣਗੇ, ਪਰਨੀਤ ਕੌਰ ਪਟਿਆਲਾ ਤੋਂ। ਇਸ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਨੇ ਅਮਰੀਕਾ ਵਿੱਚ ਭਾਰਤ ਦੇ ਸਫੀਰ
ਮਿਸਟਰ ਟੀ.ਐਸ. ਸੰਧੂ ਨੂੰ ਪਹਿਲਾਂ ਹੀ ਬੀਜੇਪੀ ਵਿੱਚ ਸ਼ਾਮਲ ਕਰ ਲਿਆ ਸੀ ਅਤੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਕੈਂਡੀਡੇਟ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਸੀ। ਸੋ ਹੁਣ ਤੱਕ ਬੇਸ਼ੱਕ ਬੀਜੇਪੀ ਨੇ ਕੋਈ ਲਿਸਟ ਜਾਰੀ ਨਹੀਂ ਕੀਤੀ, ਲੇਕਿਨ ਲੱਗਦਾ ਹੈ ਕਿ 3 ਕੈਂਡੀਡੇਟ ਤਾਂ ਉਹਨਾਂ ਦੇ ਪੱਕੇ ਹੋ ਗਏ ਨੇ। ਟੀ.ਐਸ. ਸੰਧੂ ਅੰਮ੍ਰਿਤਸਰ, ਰਵਨੀਤ ਸਿੰਘ ਬਿੱਟੂ ਲੁਧਿਆਣਾ ਅਤੇ ਮਹਾਰਾਣੀ ਪ੍ਰਨੀਤ ਕੌਰ ਪਟਿਆਲਾ। ਜਦ ਕਿ ਹੋਰ ਕਿਸੇ ਪਾਰਟੀ ਨੇ ਹਾਲੇ, ਕਿਉਂਕਿ ਸਾਰੀਆਂ ਹੀ ਪਾਰਟੀਆਂ, ਜਿਵੇਂ ਮੈਂ ਕਿਹਾ ਕਿ ਹੁਣ ਸਾਰੀਆਂ ਸੀਟਾਂ ਲੜਨਗੇ, ਅਕਾਲੀ ਵੀ ਸਾਰੀਆਂ ਸੀਟਾਂ ਲੜਨਗੇ, ਬੀਜੇਪੀ ਵੀ ਸਾਰੀਆਂ ਸੀਟਾਂ ਲੜੇਗੀ, ਕਾਂਗਰਸ ਵੀ ਸਾਰੀਆਂ ਸੀਟਾਂ ਲੜੇਗੀ, ਆਪ ਵੀ ਸਾਰੀਆਂ ਸੀਟਾਂ ਲੜੇਗੀ। ਆਪ ਨੇ ਤਾਂ ਬੇਸ਼ੱਕ 8 ਕੈਂਡੀਡੇਟ ਅਨਾਊਂਸ ਕੀਤੇ ਹੋਏ ਨੇ, ਜਿਨ੍ਹਾਂ ਵਿੱਚ 5 ਕੈਬਨਿਟ ਮਿਨਿਸਟਰ ਨੇ ਅਤੇ ਇੱਕ ਸਿਟਿੰਗ MP ਹੈ ਜਿਹੜਾ ਉਹਨਾਂ ਦਾ ਜਲੰਧਰ ਤੋਂ ਬਾਈ ਇਲੈਕਸ਼ਨ ਜਿੱਤ ਕੇ ਬਣਿਆ ਸੀ। ਉਹ ਫਿਰ ਇਲੈਕਸ਼ਨ ਲੜੇਗਾ, ਕਿਉਂਕਿ ਇਸ ਵੇਲੇ ਆਊਟਗੋਇੰਗ ਲੋਕ ਸਭਾ ਵਿੱਚ ਆਪ ਦਾ ਤਾਂ ਇੱਕੋ ਇੱਕ ਸਿਟਿੰਗ MP ਸੀ ਜਿਹੜਾ ਕਿ ਜਲੰਧਰ ਦੀ ਬਾਈ ਇਲੈਕਸ਼ਨ ਤੋਂ ਜਿੱਤਿਆ ਸੀ। ਸੋ ਹੁਣ ਅਕਾਲੀ ਦਲ ਦੇ 2 ਸਿਟਿੰਗ MP ਨੇ, ਸੁਖਬੀਰ ਬਾਦਲ ਅਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ। ਪਹਿਲਾਂ ਲੱਗਦਾ ਸੀ ਕਿ ਜੇ ਬੀਜੇਪੀ ਨਾਲ ਐਡਜਸਟਮੈਂਟ ਹੁੰਦੀ ਹੈ, 6 ਜਾਂ 7 ਸੀਟਾਂ ਅਕਾਲੀ ਦਲ ਲੜਦਾ ਹੈ, ਤਾਂ ਉਹਨਾਂ ਵਿੱਚ ਇੱਕ ਫੈਮਿਲੀ ਇੱਕ ਟਿਕਟ ਦਾ ਅਸੂਲ ਸ਼ਾਇਦ ਲਾਗੂ ਹੋ ਜਾਵੇਗਾ। ਪਰੰਤੂ ਕਿਉਂਕਿ ਹੁਣ ਸਮਝੌਤਾ ਸਿਰੇ ਨਹੀਂ ਚੜ੍ਹਿਆ, ਅਤੇ ਹੋ ਸਕਦਾ ਹੈ ਕਿ ਇਸ ਵਾਰ ਇਸ ਜਿਹੜਾ ਇੱਕ ਹੈਗਾ ਮਸਲਾ 1 ਫੈਮਿਲੀ 1 ਟਿਕਟ, ਉਹ ਅਮਲ ਵਿੱਚ ਨਾ ਲਿਆਂਦਾ ਜਾ ਸਕੇ, ਕਿਉਂਕਿ ਅਕਾਲੀ ਦਲ ਨੂੰ ਵੀ ਹੁਣ 13 ਕੈਂਡੀਡੇਟ ਦੀ ਲੋੜ ਹੋਏਗੀ। ਪਹਿਲਾਂ ਤਾਂ ਲੱਗਦਾ ਸੀ ਕਿ ਸ਼ੁਰੂ ਵਿੱਚ ਕਿ ਅਕਾਲੀ ਦਲ ਅਤੇ BSP ਚੋਣਾਂ ਲੜਨਗੇ, ਪਰੰਤੂ ਜਦੋਂ ਬੀਜੇਪੀ ਨੇ ਗਾਟੀਆਂ ਪਾ ਲਈਆਂ ਅਕਾਲੀ ਦਲ 'ਤੇ ਅਤੇ ਇੰਡੀਕੇਸ਼ਨ ਦਿੱਤੀਆਂ ਕਿ ਉਹ ਸਮਝੌਤਾ ਕਰਨ ਨੂੰ ਤਿਆਰ ਨੇ, ਅਕਾਲੀ ਦਲ ਨਾਲ ਵਾਪਸ ਅਲਾਇੰਸ ਕਰਨ ਨੂੰ ਤਿਆਰ ਨੇ, ਤਾਂ ਅਕਾਲੀ ਦਲ ਨੇ ਵੀ ਆਪਣਾ ਪੱਤਾ ਖੇਡਿਆ ਅਤੇ ਕੁਛ ਡਿਮਾਂਡਾਂ ਅਜਿਹੀਆਂ ਰੱਖ ਦਿੱਤੀਆਂ ਕਿ ਉਹ ਚਾਹੁੰਦੇ ਨੇ ਕਿ ਸਿੱਖ ਬੰਦੀਆਂ ਦੀ ਰਿਹਾਈ ਬਾਰੇ ਫੈਸਲਾ ਹੋਵੇ, ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਕੱਟ ਚੁੱਕੇ ਨੇ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ, ਕਿਸਾਨੀ ਮਸਲਿਆਂ 'ਤੇ ਜੋ ਲੌਂਗ ਸਟੈਂਡਿੰਗ ਡਿਮਾਂਡਸ ਨੇ ਉਹ ਮੰਨੀਆਂ ਜਾਣ, ਅਤੇ ਇਸ ਤਰ੍ਹਾਂ ਦੀਆਂ ਕੁਝ ਹੋਰ ਡਿਮਾਂਡ ਲੈ ਕੇ ਉਹਨਾਂ ਨੇ ਸਮਝੌਤੇ ਕਰਨ ਦੀ ਪੇਸ਼ਕਸ਼ ਕੀਤੀ ਸੀ, ਔਰ ਸੀਟਾਂ ਦੀ ਐਡਜਸਟਮੈਂਟ ਵੀ ਕਰਨ ਦੀ ਇਸ ਪਲੀ 'ਤੇ ਲਿਆ ਸੀ ਕਿ ਅਕਾਲੀ ਦਲ ਇੱਕ ਵੱਡੇ ਬ੍ਰਦਰ ਵਜੋਂ, ਵੱਡੇ ਭਾਈ ਵਜੋਂ 7 ਜਾਂ 8 ਸੀਟਾਂ 'ਤੇ ਲੜੇਗਾ ਅਤੇ 3 ਦੀ ਬਜਾਏ 4 ਜਾਂ 5 ਸੀਟਾਂ ਬੀਜੇਪੀ ਨੂੰ ਦੇਵੇਗਾ, ਜਦ ਕਿ ਬੀਜੇਪੀ ਇੰਸਿਸਟ ਕਰ ਰਹੀ ਸੀ ਕਿ ਉਹਨਾਂ ਨੂੰ 6 ਸੀਟਾਂ ਦਿੱਤੀਆਂ ਜਾਣ। ਚਲੋ ਐਨੀਵੇਜ਼, ਉਹ ਗੱਲ ਤਾਂ ਸਿਰੇ ਨਹੀਂ ਚੜ੍ਹੀ, ਸਮਝੌਤਾ ਨਹੀਂ ਹੋਇਆ, ਔਰ ਅਕਾਲੀ ਦਲ ਹੁਣ ਆਪਣੇ ਆਪ 'ਤੇ ਹੀ ਚੋਣ ਲੜੇਗਾ। ਔਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਸਰਕਾਰਾਂ ਪਿੱਛੇ ਨਹੀਂ ਜਾਂਦੀ, ਇਹ ਅਸੂਲਾਂ ਦੀ ਪਾਰਟੀ ਹੈ, ਇਹ ਨੰਬਰਾਂ 'ਤੇ ਨਹੀਂ ਜਾਂਦੀ, ਇਸ ਦੀਆਂ ਆਪਣੇ ਵੈਲਿਊਜ਼ ਨੇ, ਇਹ ਪੰਜਾਬ ਦੇ ਲੋਕਾਂ ਦੇ ਹਿੱਤ ਅਤੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਲਈ ਕੁਝ ਵੀ ਕਰਨ ਨੂੰ ਤਿਆਰ ਹੈ, ਕਿਉਂਕਿ ਇਹ ਅਸੂਲਾਂ 'ਤੇ ਚੱਲਣ ਵਾਲੀ ਪਾਰਟੀ ਹੈ। ਚਲੋ, ਬਹੁਤ ਚੰਗਾ ਲੱਗਿਆ ਸੁਖਬੀਰ ਬਾਦਲ ਦਾ ਇਹ ਬਿਆਨ ਸੁਣ ਕੇ, ਕਿਉਂਕਿ ਪਹਿਲਾਂ ਤਾਂ ਪੂਰਾ ਜ਼ੋਰ ਲੱਗ ਰਿਹਾ ਸੀ ਕਿ ਕਿਸੇ ਨਾ ਕਿਸੇ ਢੰਗ ਨਾਲ ਬੀਜੇਪੀ ਨਾਲ ਸਮਝੌਤਾ ਹੋ ਜਾਵੇ, ਅਤੇ ਜਦੋਂ ਲੱਗਦਾ ਸੀ ਕਿ ਸਮਝੌਤਾ ਹੁਣ ਬੀਜੇਪੀ ਦੀ ਮਜਬੂਰੀ ਹੈ ਕਿ ਪੰਜਾਬ ਵਿੱਚ ਉਹ ਇਕੱਲੇ ਚੋਣ ਨਹੀਂ ਲੜ ਸਕਣਗੇ, ਪਰ ਜਦੋਂ ਬਹੁਤ ਸਾਰੇ ਸਿੱਖ ਉਮੀਦਵਾਰ ਉਹਨਾਂ ਦੇ ਖੇਮੇ ਵਿੱਚ ਆ ਗਏ ਹਨ, ਤਾਂ ਬੀਜੇਪੀ ਦਾ ਕੌਨਫੀਡੈਂਸ ਜਿਹੜਾ ਹੈ ਉਹ ਵੱਧ ਗਿਆ, ਔਰ ਉਹਨਾਂ ਦੀ ਜਿਹੜੀ ਕੋਸ਼ਿਸ਼ ਸੀ ਕਿ ਪੰਜਾਬ ਵਿੱਚ ਹਾਲੇ ਉਹਨਾਂ ਨੂੰ ਸਮੱਸਿਆ ਆਵੇਗੀ ਕਿ ਪਾਰਟੀ ਦਾ ਜਿਹੜਾ ਆਪਣਾ ਕਾਡਰ ਹੈ ਉਹਦੇ ਵਿੱਚ ਤਾਂ ਥੋੜ੍ਹੀ ਨਾਰਾਜ਼ਗੀ ਹੋਵੇਗੀ ਕਿ ਜਿਹੜੇ ਨਵੇਂ ਜੁਆਇਨ ਕਰ ਰਹੇ ਨੇ ਪਾਰਟੀ 'ਚ, ਸਾਰੇ ਟਿਕਟਾਂ ਉਹ ਲੈ ਜਾਣਗੇ, ਤਾਂ ਜਿਹੜੇ ਪਾਰਟੀ ਦੀ ਸੇਵਾ ਕਰਦੇ ਰਹੇ ਨੇ ਇੰਨੇ ਲੰਬੇ ਸਮੇਂ ਤੋਂ, ਉਹ ਕੀ ਕਰਨਗੇ, ਉਹਨਾਂ ਨੂੰ ਕਦ ਮੌਕਾ ਮਿਲੇਗਾ। ਇਸ ਵੇਲੇ ਬੀਜੇਪੀ 2 ਸਿਟਿੰਗ MP ਨੇ, ਸੋਮ ਪ੍ਰਕਾਸ਼ ਅਤੇ ਸਨੀ ਦਿਓਲ। ਬੇਸ਼ੱਕ ਸਨੀ ਦਿਓਲ ਨਹੀਂ ਲੜਨਗੇ, ਪਰ ਸੋਮ ਪ੍ਰਕਾਸ਼ ਦੇ ਚੋਣ ਲੜਨਗੇ। ਸੋ ਇਹਦਾ ਮਤਲਬ ਹੈ ਕਿ 3 ਕੈਂਡੀਡੇਟ ਤਾਂ ਪੱਕੇ ਜਿਹੜੇ ਹੋ ਗਏ, ਜਿਹੜੇ ਜਾਂ ਨਵੇਂ ਨੇ ਜਾਂ ਕਾਂਗਰਸ ਤੋਂ ਆਏ ਨੇ, ਅਤੇ ਚੌਥੇ ਸੋਮ ਪ੍ਰਕਾਸ਼, ਉਹ ਸਨੀ ਦਿਓਲ ਨਹੀਂ ਲੜ ਰਹੇ। ਸੋ ਬਾਕੀ ਹੁਣ ਕੈਂਡੀਡੇਟ ਕੌਣ ਹੋਣਗੇ, ਉਹਨਾਂ ਵਿੱਚ ਹੋਰ ਬਹੁਤ ਸਾਰੇ ਉਹ ਕੈਂਡੀਡੇਟ ਵੀ ਨੇ ਜਿਹੜੇ ਕਿ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਆਏ ਸਨ, ਜਿਨ੍ਹਾਂ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਵੀ ਹੈ, ਕੇਵਲ ਢਿੱਲੋਂ ਵੀ ਹੈ, ਜਿਹੜੇ ਪਿਛਲੀ ਬਾਈ ਇਲੈਕਸ਼ਨ ਲੜੇ ਸਨ। ਇਸੇ ਤਰ੍ਹਾਂ ਹੋਰ ਵੀ ਕੈਂਡੀਡੇਟ ਹਨ, ਫਤਿਹਜੰਗ ਸਿੰਘ ਬਾਜਵਾ ਵੀ ਹਨ, ਉਹ ਵੀ ਉਮੀਦਵਾਰ ਹੋ ਸਕਦੇ ਨੇ ਇੱਕ ਸੀਟ ਤੋਂ। ਸੋ ਕਈ ਸਾਰੇ ਹੋਰ ਉਮੀਦਵਾਰ ਵੀ ਹਨ, ਜਿਵੇਂ ਇਕਬਾਲ ਸਿੰਘ ਲਾਲਪੁਰਾ, ਜਿਹੜੇ ਪਿਛਲੀ ਵਾਰ ਹੀ ਸੀਟ
ਸੀਟਾਂ ਤੋਂ ਅਸੈਂਬਲੀ ਇਲੈਕਸ਼ਨ ਲੜੇ ਸਨ। ਚਲੋ ਦੇਖੋ, ਹੁਣ ਆਉਣ ਦੇ ਦਿਨਾਂ ਵਿੱਚ ਇਹ ਕਲੀਅਰ ਹੋ ਜਾਵੇਗਾ ਕਿ ਕਿਹੜੀ ਪਾਰਟੀ ਕਿਹੜੇ ਕੈਂਡੀਡੇਟ ਉਤਾਰਦੀ ਹੈ। ਜਦ ਕਿ ਆਪ ਨੇ ਤਾਂ 8 ਦੀ ਲਿਸਟ ਅਨਾਉਂਸ ਕੀਤੀ ਹੈ, ਔਰ ਬੀਜੇਪੀ ਦੇ ਬੇਸ਼ੱਕ ਆਫੀਸ਼ੀਅਲੀ ਤਾਂ ਅਨਾਉਂਸ ਕੋਈ ਕੈਂਡੀਡੇਟ ਨਹੀਂ ਹੋਇਆ, ਲੇਕਿਨ ਲੱਗਦਾ ਹੈ ਕਿ 3 ਕੈਂਡੀਡੇਟ ਤਾਂ ਪੱਕੇ ਨੇ ਮੈਦਾਨ ਵਿੱਚ, ਅਤੇ ਬਾਕੀ ਕੈਂਡੀਡੇਟ ਵੀ, ਅਤੇ ਚੌਥਾ ਸੋਮ ਪ੍ਰਕਾਸ਼ ਵੀ ਸ਼ਾਇਦ ਉਹ ਲੜਨਗੇ, ਉਹ ਵੀ ਪੱਕੇ ਨੇ। ਤਾਂ 4 ਸੀਟਾਂ ਤਾਂ ਉਹਨਾਂ ਦੀਆਂ ਲਗਭਗ ਟਿਕਟਾਂ ਕਲੀਅਰ ਨੇ, ਅਤੇ ਬਾਕੀ 9 ਸੀਟਾਂ ਉਹ ਕਿੱਦਾਂ ਲੜਨਗੇ, ਕੌਣ ਹੋਣਗੇ ਕੈਂਡੀਡੇਟ। ਅਤੇ ਆਪ ਨੇ ਵੀ ਕਿਹਾ ਹੈ ਕਿ ਉਹ ਵੀ ਅਗਲੇ 2-3 ਦਿਨਾਂ ਵਿੱਚ ਬਾਕੀ ਜਿਹੜੀਆਂ 5 ਸੀਟਾਂ ਬਚੀਆਂ ਨੇ ਉਹਨਾਂ ਬਾਰੇ ਆਪਣੇ ਕੈਂਡੀਡੇਟ ਅਨਾਉਂਸ ਕਰ ਦੇਣਗੇ। ਕਾਂਗਰਸ ਨੇ ਹਾਲੇ ਆਪਣੇ ਪੱਤੇ ਨਹੀਂ ਖੋਲ੍ਹੇ, ਕਿਉਂਕਿ ਉਹਨੂੰ ਜਿਹੜੀ ਡਿਫੈਕਸ਼ਨਸ ਦਾ ਝਟਕੇ ਲੱਗ ਰਹੇ ਨੇ, ਇੱਕ ਤੋਂ ਬਾਅਦ ਦੂਜਾ ਝਟਕਾ ਲੱਗ ਰਿਹਾ। ਸੋ ਉਸ ਤੋਂ ਬਾਅਦ ਹੀ ਕਾਂਗਰਸ ਇੱਕ ਲੌਂਗ ਟਰਮ ਫੈਸਲਾ ਲਵੇਗੀ ਕਿ ਕਿਸ ਤਰ੍ਹਾਂ ਦੇ ਕੈਂਡੀਡੇਟ ਉਹ ਮੈਦਾਨ ਵਿੱਚ ਉਤਾਰਦੀ ਹੈ, ਅਤੇ ਕੌਣ ਕੈਂਡੀਡੇਟ ਹੋਣਗੇ, ਅਤੇ ਕੀ ਕੋਈ ਸਿਟਿੰਗ MLA 'ਚੋਂ ਵੀ ਕੋਈ ਕੈਂਡੀਡੇਟ ਹੋ ਸਕਦੇ ਨੇ, ਅਤੇ ਜਾਂ ਫਿਰ ਨਵੇਂ ਚਿਹਰੇ ਪੰਜਾਬ ਉਤਾਰੇਗੀ, ਅਤੇ ਜਾਂ ਜਿਹੜੇ ਫਿਰ ਬਾਕੀ ਦੇ ਬਚੇ ਹੋਏ ਸਿਟਿੰਗ MPs ਨੇ ਕਾਂਗਰਸ ਦੇ ਖੇਮੇ ਵਿੱਚ, ਉਹ ਇਲੈਕਸ਼ਨ ਲੜਨਗੇ। ਸੋ ਆਉਂਦੇ ਦਿਨਾਂ ਵਿੱਚ ਸਾਰੀ ਤਸਵੀਰ ਕਲੀਅਰ ਹੋ ਜਾਵੇਗੀ। ਲੇਕਿਨ ਅੱਜ ਦੇ ਜਿਹੜੇ 2 ਵੱਡੇ ਡਿਵੈਲਪਮੈਂਟਸ ਨੇ ਕਿ ਅਕਾਲੀ ਦਲ BJP ਦਾ ਸਮਝੌਤਾ ਨਹੀਂ ਹੋਵੇਗਾ, ਅਤੇ ਰਵਨੀਤ ਬਿੱਟੂ BJP ਵੱਲੋਂ ਚੋਣ ਲੜਨਗੇ। ਚਲੋ, ਮੈਂ ਸੋਚਿਆ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਾਂ, ਅਤੇ ਆਉਂਦੇ ਕੱਲ੍ਹ ਫਿਰ ਨਵਾਂ ਵਿਚਾਰ ਲੈ ਕੇ ਇੱਕ ਨਵੇਂ ਸਬਜੈਕਟ 'ਤੇ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗਾ। ਤਦ ਤੱਕ ਇਜਾਜ਼ਤ ਦਿਓ। ਖੁਸ਼ ਰਹੋ, ਸਲਾਮਤ ਰਹੋ।